ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਡੇ ਸਾਰੇ ਦਰਸ਼ਕਾਂ ਦਾ ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ। ਇਸ ਖਾਸ ਪੇਸ਼ਕਸ਼ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਬੀਤੇ ਹਫ਼ਤੇ ਵਿੱਚ ਜਿਹੜੇ ਵੀ ਕੰਮ ਕੀਤੇ ਜਾਂਦੇ ਨੇ ਉਸ ਦੀ ਜਾਣਕਾਰੀ ਆਪ ਤੱਕ ਪਹੁੰਚਾਉਂਦੇ ਹਾਂ। ਸੋ ਬੀਤੇ ਹਫ਼ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਵੈਸਟ ਬੰਗਾਲ ਦੇ ਵਿੱਚ ਹੋਈ ਘਟਨਾ ਦਾ ਸਖਤ ਨੋਟਿਸ ਲਿਆ ਗਿਆ। ਇਸ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ MRI ਮਸ਼ੀਨ ਤੇ ਡਾਇਲਿਸਿਸ ਮਸ਼ੀਨ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਲਗਵਾਈ ਗਈ ਹੈ। ਤੇ ਇਸ ਦੀ ਸ਼ੁਰੂਆਤ ਕਦੋਂ ਹੋਵੇਗੀ ਉਹ ਵੀ ਤੁਹਾਨੂੰ ਦੱਸਾਂਗੇ ਇਸ ਖਾਸ ਪੇਸ਼ਕਸ਼ ਦੇ ਵਿੱਚ। ਸੋ ਸ਼ੁਰੂਆਤ ਕਰਦੇ ਹਾਂ ਇਸ ਖਾਸ ਪੇਸ਼ਕਸ਼ ਦੀ, ਜਿਸ ਦਾ ਨਾਮ ਹੈ ਗੂੰਜਾਂ ਸਿੱਖ ਵਿਰਸੇ ਦੀਆਂ। ਵੈਸਟ ਬੰਗਾਲ ਦੇ ਵਿੱਚ ਇੱਕ ਸਿੱਖ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਗਈ। ਸਿਰਫ ਕੁੱਟਮਾਰ ਹੀ ਨਹੀਂ ਕੀਤੀ ਗਈ, ਸਗੋਂ ਉਸ ਦੀ ਪੱਗ ਉਤਾਰੀ ਗਈ ਤੇ ਉਸ ਦੇ ਕੇਸਾਂ ਦੀ ਵੀ ਬੇਅਦਬੀ ਕੀਤੀ ਗਈ। ਤੇ ਇਸ ਦਾ ਸਖਤ ਨੋਟਿਸ ਲਿਆ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸਾਡੇ ਨਾਲ ਮੌਜੂਦ ਨੇ। ਸਿਰਸਾ ਸਾਹਿਬ, ਉਸ ਸਿੱਖ ਦੀ ਬੇਅਦਬੀ ਕੀਤੀ ਗਈ, ਸਿਰਫ ਬੇਅਦਬੀ ਨਹੀਂ, ਉਸ ਦੀ ਪੱਗ ਵੀ ਉਤਾਰੀ ਗਈ, ਉਸ ਦੇ ਕੇਸਾਂ ਨੂੰ ਵੀ ਖਿੱਚਿਆ ਗਿਆ। ਤੁਸੀਂ ਕਿਵੇਂ ਵੇਖਦੇ ਹੋ? ਬਹੁਤ ਹੀ ਸ਼ਰਮਨਾਕ ਇਹ ਵੀਡੀਓ ਆ ਜਿਹੜੀ ਕੋਈ ਇਨਸਾਨ ਦੇਖ ਨਹੀਂ ਸਕਦਾ। ਇਸੇ ਤਰ੍ਹਾਂ ਦੀ ਘਟਨਾ ਮੁਕਰੀ ਨਗਰ 'ਚ ਵੀ ਹੋਈ ਸੀ, ਜਦੋਂ ਅਸੀਂ ਉਹ ਸਾਰੇ ਪੁਲਿਸ ਵਾਲੇ ਪਹਿਲਾਂ ਸਸਪੈਂਡ ਕਰਾਏ, ਫਿਰ ਡਿਸਮਿਸ ਕਰਾਏ ਸੀ ਨੌਕਰੀਆਂ ਤੋਂ। ਦੇਖੋ, ਸਰਦਾਰ ਬਲਵਿੰਦਰ ਸਿੰਘ ਜੀ ਦਾ ਪਹਿਲਾਂ ਮੈਂ ਪਿਛੋਕੜ ਦੱਸਣਾ ਚਾਹੁੰਦਾ। ਉਹ ਇੱਕ ਪੈਰਾਮਿਲਟਰੀ ਫੋਰਸਿਸ ਤੋਂ ਆ। ਉਹਨਾਂ ਨੇ ਜੰਮੂ ਕਸ਼ਮੀਰ ਅੰਦਰ ਦੇਸ਼ ਦੀ ਲੜਾਈ ਲੜੀ ਔਰ ਕਈ ਪੈਰਾਮਿਲਟਰੀ ਫੋਰਸਿਸ ਅੰਦਰ ਰਹੇ, NSG ਅੰਦਰ ਵੀ ਰਹੇ। ਉਹਨਾਂ ਨੇ ਵੋਲੰਟੀਅਰ ਰਿਟਾਇਰਮੈਂਟ ਲੈ ਕੇ ਆਪਣੇ ਕਿਰਤ ਦੀ ਕਮਾਈ ਕਰਦੇ ਨੇ, ਕਿਸੇ ਦੇ ਨਾਲ PSO ਦੇ ਤੌਰ 'ਤੇ, ਸੁਰੱਖਿਆ ਕਰਮੀ ਦੇ ਤੌਰ 'ਤੇ ਕੰਮ ਕਰਦੇ ਹੋਏ। ਜਦੋਂ ਪ੍ਰੋਟੈਸਟ ਹੋ ਰਿਹਾ, ਉਹ ਕੁਝ ਪ੍ਰੋਟੈਸਟ ਦਾ ਹਿੱਸਾ ਨਹੀਂ ਹੈਗੇ। ਜਦੋਂ ਪੁਲਿਸ ਵਾਲੇ ਨੇ ਡੰਡੇ ਮਾਰੇ, ਉਹ ਆਪਣਾ ਭੱਜ ਰਹੇ ਆ ਕਿ ਮੇਰਾ ਪ੍ਰੋਟੈਸਟ ਦਾ ਹਿੱਸਾ ਨਹੀਂ, ਲੇਕਿਨ ਉਹਨਾਂ ਨੂੰ ਡੰਗਾ ਪਾ ਕੇ ਥੱਲੇ ਗਿਰਾਇਆ ਜਾਂਦਾ, ਫਿਰ ਪੱਗ ਤੋਂ ਖਿੱਚਿਆ ਜਾਂਦਾ, ਫਿਰ ਡਾਂਗਾਂ ਨਾਲ ਕੁੱਟਿਆ ਜਾਂਦਾ। ਔਰ ਹੁਣ ਹੱਦ ਕਰਤੀ ਉੱਥੋਂ ਦੀ ਪੁਲਿਸ ਨੇ, ਬਜਾਏ ਇਹਦੇ ਕਿ ਸਰਦਾਰ ਬਲਵਿੰਦਰ ਸਿੰਘ ਨੂੰ ਇਨਸਾਫ ਦਿੱਤਾ ਜਾਵੇ, ਉਹਦੇ 'ਤੇ ਮੁਕੱਦਮਾ ਦਰਜ ਕਰਤਾ ਇਲੀਗਲ ਵੈਪਨ ਦਾ। 3 ਦਿਨ ਦੀ ਪੁਲਿਸ ਕਸਟਡੀ ਦੇ ਦਿੱਤੀ। ਇਸ ਤੋਂ ਵੱਡੀ ਜਾਤੀ ਕੀ ਹੋ ਸਕਦੀ ਹੈ? ਔਰ ਜਦੋਂ ਕਿ ਉਹਦੇ ਪਰਿਵਾਰ ਨੇ ਮੈਨੂੰ ਲਾਇਸੈਂਸ ਸ਼ੇਅਰ ਕੀਤਾ ਮੇਰੇ ਨਾਲ, ਜੰਮੂ ਕਸ਼ਮੀਰ ਤੋਂ ਲਾਇਸੈਂਸ ਬਣਿਆ ਹੈ ਔਰ ਹਾਵੜਾ ਅੰਦਰ ਕੈਲਕੱਟਾ ਦੇ ਅੰਦਰ ਰਜਿਸਟਰ ਕੀਤਾ ਗਿਆ ਆ ਕੇ, ਉਹਦੇ ਬਾਵਜੂਦ ਪੁਲਿਸ ਐਡਾ ਧੱਕਾ ਕਰਦੀ ਪਈ ਆ। ਮੈਂ ਮਮਤਾ ਬੈਨਰਜੀ ਜੀ ਨੂੰ ਬਾਰ-ਬਾਰ ਆਗ੍ਰਹਿ ਕਰਦਾ। ਕੱਲ੍ਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਉਹਨਾਂ ਨੂੰ ਟਵੀਟ ਕਰਕੇ ਕਿਹਾ, ਜਾਣਕਾਰੀ ਦਿੱਤੀ ਔਰ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਬਲਵਿੰਦਰ ਸਿੰਘ ਨੂੰ ਇਨਸਾਫ ਦਿੱਤਾ ਜਾਵੇ। ਮੈਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਫਿਰ ਤੋਂ ਆਗ੍ਰਹਿ ਕਰਦਾ, ਮਮਤਾ ਬੈਨਰਜੀ ਜੀ, ਅਸੀਂ ਆਪ ਜੀ ਤੋਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਇਨਸਾਫ ਦਿਓਗੇ ਬਲਵਿੰਦਰ ਸਿੰਘ ਨੂੰ। ਅਸੀਂ ਬਾਰ-ਬਾਰ ਤੁਹਾਨੂੰ ਬੇਨਤੀ ਕਰਦੇ, ਪਰ ਅਗਰ ਤੁਸੀਂ ਐਸਾ ਨਹੀਂ ਕੀਤਾ, ਫਿਰ ਅਸੀਂ ਸੜਕਾਂ 'ਤੇ ਉਤਰਨ ਨੂੰ ਮਜਬੂਰ ਹੋ ਜਾਵਾਂਗੇ, ਅਸੀਂ ਧਰਨੇ ਪ੍ਰਦਰਸ਼ਨ ਨੂੰ ਮਜਬੂਰ ਹੋ ਜਾਵਾਂਗੇ। ਔਰ ਮੈਂ ਮਮਤਾ ਜੀ ਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ, ਜਿੱਦਣ ਅਸੀਂ ਸੜਕਾਂ 'ਤੇ ਉਤਰ ਆਏ, ਜਿੱਦਣ ਅਸੀਂ ਪ੍ਰੋਟੈਸਟ 'ਤੇ ਉਤਰ ਆਏ, ਫਿਰ ਤੁਸੀਂ ਮਜਬੂਰ ਹੋ ਜਾਓਗੇ ਸਰਦਾਰ ਬਲਵਿੰਦਰ ਸਿੰਘ ਨੂੰ ਮੁਕੱਦਮਾ ਖਾਰਜ ਕਰਨ ਨੂੰ ਵੀ ਔਰ ਬਾਹਰ ਕੱਢਣ ਨੂੰ ਵੀ। ਸੋ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ, ਸਾਡਾ ਪਿਆਰ ਬਣਿਆ ਹੈ, ਉਹ ਬਣਿਆ ਰਹਿਣਾ ਚਾਹੀਦਾ। ਅਗਰ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ, ਕਿ ਦੁਬਾਰਾ ਮੁਖਰਜੀ ਵਰਗੀ ਤਸਵੀਰਾਂ ਦੇਖਣ ਨੂੰ ਮਿਲ ਸਕਦੀਆਂ ਨੇ? ਬਿਲਕੁਲ ਕਰਾਂਗੇ, ਬਿਲਕੁਲ ਮੁਕਰੀ ਨਗਰ ਵਰਗਾ ਹਾਲਾਤ ਬਣੇਗੇ, ਸੜਕਾਂ 'ਤੇ ਉਤਰਾਂਗੇ। ਔਰ ਇਸ ਤਰ੍ਹਾਂ ਨਹੀਂ ਹੋ ਸਕਦਾ। ਦੇਖੋ, ਅੱਜ ਇੱਕ ਸੂਬੇ ਨੇ ਕੀਤਾ, ਕੱਲ੍ਹ ਦੂਜਾ ਸੂਬਾ ਕਰੂਗਾ, ਪਰਸੋਂ ਤੀਜਾ ਕਰੂਗਾ। ਇਹ ਤਾਂ ਰੋਜ਼ ਦਾ ਪੁਲਿਸ ਦਾ ਕੰਮ ਬਣ ਗਿਆ। ਇਸ ਤਰ੍ਹਾਂ ਕਿਤਨਾ ਤੁਸੀਂ ਗੁੰਡਾਗਰਦੀ ਕਰ ਸਕਦੇ ਜੇ? ਆਖਿਰਕਾਰ ਇੱਕ ਦਸਤਾਰ ਆ, ਤੁਹਾਨੂੰ ਰਾਈਟ ਆ। ਮੰਨ ਲਓ ਉਹਦੇ ਕੋਲ ਵੈਪਨ ਇਲੀਗਲ ਵੀ ਹੁੰਦਾ, ਤਾਂ ਮੈਨੂੰ ਕੁੱਟਣ ਦਾ ਕੀ ਰਾਈਟ ਮਿਲ ਗਿਆ? ਉਹਦੀ ਪੱਗ ਲਾਉਣ ਦਾ ਕੀ ਰਾਈਟ ਆ? ਉਹਨੂੰ ਕੇਸਾਂ ਤੋਂ ਫੜ ਕੇ ਖਿੱਚਣ ਦਾ ਕੀ ਰਾਈਟ ਆ? ਸੋ ਜਾਏ ਮਰਜ਼ੀ ਲੜਾਈ ਲੜਨੀ ਪਵੇ, ਅਸੀਂ ਕਦੀ ਸਾਨੂੰ ਕੋਰਟਾਂ ਜਾਣਾ ਪਊ, ਅਸੀਂ ਲੀਗਲ ਵੀ ਲੜਾਈ ਲੜਾਂਗੇ। ਅਸੀਂ ਸਰਦਾਰ ਬਲਵਿੰਦਰ ਸਿੰਘ ਨੂੰ, ਮੇਰੇ ਪਰਿਵਾਰ ਨੂੰ ਵਿਸ਼ਵਾਸਨ ਦਿੰਦਾ ਔਰ ਦੇਸ਼ ਔਰ ਦੁਨੀਆ ਦੇ ਸਿੱਖਾਂ ਨੂੰ ਵਿਸ਼ਵਾਸਨ ਦਿੰਦਾ, ਅਸੀਂ ਜਦੋਂ ਲੜਾਈ ਲੜੀ ਆ 100% ਅਸੀਂ ਕਾਮਯਾਬੀ ਪਾਈ ਆ। ਅਸੀਂ ਸਰਦਾਰ ਬਲਵਿੰਦਰ ਸਿੰਘ ਨੂੰ ਇਨਸਾਫ ਦਿਵਾਵਾਂਗੇ, ਜੇਲ੍ਹ 'ਚੋਂ ਬਾਹਰ ਕੱਢ ਕੇ ਲੈ ਕੇ ਆਵਾਂਗੇ ਔਰ ਉਹਨਾਂ ਪੁਲਿਸ ਵਾਲਿਆਂ 'ਤੇ ਮੁਕੱਦਮੇ ਦਰਜ ਕਰਾਵਾਂਗੇ। ਸਿਰਸਾ ਸਾਹਿਬ, ਅਸੀਂ ਦੇਖਿਆ ਗੁਰੂ ਨਾਨਕ ਦੇਵ ਜੀ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ, ਸਿੱਖ ਕੌਮ ਨੇ ਵੱਧ ਚੜ੍ਹ ਕੇ ਪ੍ਰਚਾਰ ਕੀਤਾ ਸਿੱਖੀ ਦਾ, ਪਰ ਉਸ ਤੋਂ ਬਾਅਦ ਵੀ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਨਹੀਂ। ਇਹ ਚੀਜ਼ਾਂ ਰੁਕ ਨਹੀਂ ਰਹੀਆਂ, ਕਿਉਂ? ਦੇਖੋ, ਕਿਉਂਕਿ ਲੋਕਾਂ ਦੀ ਮਾਨਸਿਕਤਾ ਨਹੀਂ ਬਦਲਦੀ ਪਈ। ਇੱਕ ਤਾਂ ਸਾਡੇ ਤੋਂ ਲੋਕਾਂ ਨੂੰ ਨਫ਼ਰਤ ਇਸ ਕਰਕੇ ਆ ਕਿਉਂਕਿ ਉਹਨਾਂ ਨੂੰ ਜੈਲਸੀ ਆ। ਜਿਹੜੇ ਲੋਕ ਐਸੀ ਕਰਤੂਤਾਂ ਕਰਦੇ ਨੇ, ਉਹਨਾਂ ਨੂੰ ਸਾਡੇ ਤੋਂ ਈਰਖਾ ਹੈ ਔਰ ਈਰਖਾ ਭਾਵ ਅੰਦਰ ਹੀ ਉਹ ਐਸਾ ਕੰਮ ਕਰਦੇ ਨੇ। ਲੇਕਿਨ ਮੈਨੂੰ ਬੜੀ ਹੈਰਾਨਗੀ ਕਿ ਬਾਵਰਦੀ ਬੰਦੇ ਐਸੇ ਕੰਮ ਕਰਨ ਔਰ ਫਿਰ ਇੱਕ ਬੰਦੇ ਦੀ ਗਲਤੀ ਨੂੰ ਦੂਜਾ ਵੱਡਾ ਅਫਸਰ ਜਸਟੀਫਾਈ ਕਰੇ, ਉੱਤੇ ਮੁਕੱਦਮਾ ਦਰਜ ਕਰਕੇ ਉਹਨੂੰ ਜੇਲ੍ਹ 'ਚ ਭੇਜ ਦੇਵੇ। ਇਹ ਟੋਟਲ ਅਨਕਾਲਡ ਫੋਰ ਹੈ। ਇਹ ਕਿਸੇ ਸੂਰਤ ਅੰਦਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਾਡੇ ਨਾਲ ਇੱਥੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੀ ਮੌਜੂਦ ਨੇ। ਕਾਲਕਾ ਸਾਹਿਬ, ਵੈਸਟ ਬੰਗਾਲ ਦੇ ਵਿੱਚ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਇਸ ਦਾ ਸਖਤ ਨੋਟਿਸ ਵੀ ਲਿਆ। ਦੇਖੋ, ਬੜੀ ਅਫਸੋਸ ਦੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਕੈਲਕਟਾ ਪੁਲਿਸ ਨੇ ਇੱਕ ਗੁਰਸਿੱਖ ਦੇ ਉੱਤੇ ਇਸ ਤਰ੍ਹਾਂ ਹਮਲਾ ਕੀਤਾ ਔਰ ਜਾਣਬੁੱਝ ਕੇ ਉਸ ਤੋਂ ਬਾਅਦ ਉਸ 'ਤੇ ਪਰਚਾ ਦਰਜ ਕੀਤਾ ਜਾ ਰਿਹਾ, ਕਿਉਂਕਿ ਪਹਿਲਾਂ ਤਾਂ ਅਸੀਂ ਸਮਝ ਸਕਦੇ ਹਾਂ ਕਿ ਇੱਕ ਐਜੀਟੇਸ਼ਨ ਦੇ ਵਿੱਚ ਬੰਦੇ ਨਾਲ ਹਫੜ ਦਫੜ ਦੇ ਵਿੱਚ ਉਹਨੂੰ ਲੱਗ ਸਕਦੀ ਹੈ, ਮਗਰ ਜਾਣ ਕੇ ਉਹਦੀ ਪੱਗ ਨੂੰ ਰੋਲਿਆ ਜਾਣਾ, ਉਹਦੇ ਕੇਸਾਂ ਤੋਂ ਫੜ ਕੇ ਉਹਨੂੰ ਮਾਰਨਾ ਔਰ ਉਸ ਤੋਂ ਬਾਅਦ ਉਸ 'ਤੇ ਪਰਚਾ ਦਰਜ ਕਰਾਉਣਾ ਔਰ ਇਹ ਕਹਿ ਕੇ ਕਿ ਇਹਦੇ ਕੋਲੋਂ ਇਲੀਗਲ ਵੈਪਨ ਹੈ ਔਰ ਇੱਕ ਦੰਗਾ ਫਸਾਦ ਕਰਨਾ ਸੀ। ਇਹ ਤੁਹਾਡੀ ਜਾਣਕਾਰੀ ਵਾਸਤੇ ਦੱਸਣਾ ਚਾਹੁੰਦੇ ਆ
ਕਿ ਉਹ ਇੱਕ ਰਿਟਾਇਰਡ ਮਿਲਟਰੀ ਦਾ ਆਫੀਸਰ ਹੈ ਜਿਹਨੇ ਫੌਜ ਦੇ ਵਿੱਚ ਕੰਮ ਕੀਤਾ, ਦੇਸ਼ ਦੀ ਸਰਹੱਦਾਂ ਤੇ ਉਹਨੇ ਸਾਡੇ ਵਾਸਤੇ ਸਾਡੀ ਰਾਖੀ ਲਈ ਉਹਨੇ ਕੰਮ ਕੀਤਾ। ਉਸ ਤੋਂ ਬਾਅਦ ਉਹਨੇ ਉੱਥੋਂ ਜਿੱਥੇ ਵੋਲੰਟਰੀ ਰਿਟਾਇਰਮੈਂਟ ਲਈ ਲੈਣ ਤੋਂ ਬਾਅਦ ਜੰਮੂ ਕਸ਼ਮੀਰ ਤੋਂ ਆਪਣਾ ਵੈਪਨ ਦਾ ਲਾਇਸੈਂਸ ਬਣਾਇਆ, ਕਿਸੇ ਦਾ ਪਰਸਨਲ ਸੁਰੱਖਿਆ ਕਰਮੀ ਬਣ ਕੇ ਉੱਥੇ ਉਹਦੇ ਨਾਲ ਗਿਆ ਔਰ ਬਕਾਇਦਾ ਕੈਲਕਟਾ ਦੀ ਉਹਦੇ ਵਿੱਚ ਰਜਿਸਟਰ ਕਰਾਇਆ ਹੋਇਆ ਉਹਨਾਂ ਨੇ ਆਪਣੇ ਵੈਪਨ ਨੂੰ। ਅਗਰ ਉਹਦੇ ਕਿਸੇ ਦੇ ਨਾਲ ਸੁਰੱਖਿਆ ਕਰਮੀ ਬਣ ਕੇ ਗਿਆ ਔਰ ਉਹਦੇ ਉਹ ਐਜੀਟੇਸ਼ਨ ਦਾ ਹਿੱਸਾ ਬਣ ਰਿਹਾ, ਤੇ ਕਿਆ ਉਸ ਸਰਦਾਰ ਬਲਵਿੰਦਰ ਸਿੰਘ ਦਾ ਕੀ ਕਸੂਰ ਹੈ ਇਹਦੇ ਵਿੱਚ? ਔਰ ਸਰਕਾਰ ਨੇ ਔਰ ਜਿਹੜੀ ਉੱਥੇ ਦੀ ਪੁਲਿਸ ਹੈ ਉਹਨੇ ਜਿਸ ਤਰੀਕੇ ਦੇ ਨਾਲ ਇੱਕ ਗੁਰਸਿੱਖ ਦੇ ਉੱਤੇ ਤਸ਼ੱਦਦ ਕੀਤੀ ਹੈ, ਮੈਂ ਸਮਝਦਾ ਕਿ ਇਹਦੀ ਜਿੰਨੀ ਨਿੰਦਾ ਕਰ ਸਕਦੀ ਹੈ ਉਨੀ ਘੱਟ ਹੈ। ਮਗਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਡੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਮਮਤਾ ਬੈਨਰਜੀ ਨਾਲ ਗੱਲ ਵੀ ਕੀਤੀ ਹੈ, ਉਹਨਾਂ ਨੂੰ ਇਸ ਗੱਲ ਤੋਂ ਅਗਾਹ ਵੀ ਕੀਤਾ ਹੈ, ਉਹਨਾਂ ਨੂੰ ਟਵੀਟ ਕਰਕੇ ਕਿ ਵੀ ਇਹ ਗਲਤ ਹੋਇਆ। ਅਸੀਂ ਇੱਕ ਡੈਲੀਗੇਸ਼ਨ ਲੈ ਕੇ ਇੱਥੋਂ ਕੱਲ ਕੈਲਕਟਾ ਜਾਣ ਦੀ ਗੱਲ ਕਰ ਰਹੇ ਹਾਂ, ਹੁਣੇ ਡਿਟੇਲਸ ਬਣ ਰਹੀ ਹੈ ਕੌਣ ਜਾਏਗਾ, ਔਰ ਉਹਦੇ ਉੱਥੇ ਜਾ ਕੇ ਅਸੀਂ ਜਿੱਥੇ ਸਰਕਾਰਾਂ ਨਾਲ ਗੱਲ ਕਰਾਂਗੇ, ਪੁਲਿਸ ਨਾਲ ਗੱਲ ਕਰਾਂਗੇ ਔਰ ਜ਼ਰੂਰਤ ਪਈ ਤੇ ਕੋਰਟ ਵਿੱਚ ਵੀ ਜਾਵਾਂਗੇ। ਮਗਰ ਕਿਸੇ ਗੁਰਸਿੱਖ ਦੇ ਉੱਤੇ ਐਸਾ ਹਮਲਾ ਜਿਹੜਾ ਹੋਇਆ ਉਹ ਬਿਲਕੁਲ ਉਸ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ। ਸਿੱਖ ਕੌਮ ਨੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਕਿ ਹਰੇਕ ਤੱਕ ਇੱਕ ਸੁਨੇਹਾ ਪਹੁੰਚੇ ਵੀ ਪੱਗ ਦੀ ਸ਼ਾਨ ਕੀ ਹੈ, ਉਹਦੀ ਵੈਲਿਊ ਕੀ ਹੈਗੀ ਹੈ, ਸਿੱਖ ਕੌਮ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ, ਇਤਿਹਾਸ ਹਰੇਕ ਦੇ ਕੋਲ ਲਿਜਾਂਦਾ ਗਿਆ ਸਿੱਖ ਕੌਮ ਵੱਲੋਂ। ਪਰ ਅੱਜ ਵੀ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਕਿ ਲੋਕਾਂ ਕੋਲ ਪਹੁੰਚ ਨਹੀਂ ਰਿਹਾ, ਲੋਕ ਇਹ ਜਾਣ ਕੇ ਕਰ ਰਹੇ ਨੇ। ਦੇਖੋ, ਕਿਧਰੇ ਨਾ ਕਿਧਰੇ ਤੇ ਇਹ ਜਾਣ ਕੇ ਬਣਾਇਆ ਵੀ ਜਾਂਦਾ ਕਿ ਜਿੰਨਾ ਕੁ ਅਸੀਂ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੀਏ, ਮਗਰ ਗੁਰੂ ਕਾ ਸਿੱਖ ਕਦੀ ਵੀ ਕਿਸੇ ਵੀ ਤਸ਼ੱਦਦ ਤੋਂ ਨਹੀਂ ਡਰਿਆ ਔਰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਿਹਾ। ਜਿੱਥੇ ਤੱਕ ਦੂਜੀ ਗੱਲ ਤੁਸੀਂ ਕੀਤੀ ਹੈ ਕਿ ਜਿੰਨੀਆਂ ਕੁਰਬਾਨੀਆਂ ਕੀਤੀਆਂ, ਮੈਂ ਸਮਝਦਾ ਕਿ ਜਿਹੜੇ ਅੱਜ ਦਿਨ ਅਸੀਂ ਗੱਲ ਕਰ ਰਹੇ ਹਾਂ, ਕੱਲ੍ਹ ਅਸੀਂ 300 ਸਾਲਾ ਗੁਰੂ ਭਾਈ ਤਾਰੂ ਸਿੰਘ ਹੋਣਾ ਦਾ ਅਸੀਂ ਸ਼ਤਾਬਦੀ ਮਨਾਈ ਹੈ ਔਰ ਐਸਾ ਇਤਿਹਾਸ ਪੂਰੀ ਹਿੰਦੁਸਤਾਨ 'ਚ ਕਿਹਾ ਪੂਰੇ ਵਰਲਡ ਦੇ ਵਿੱਚ ਨਹੀਂ ਹੈ ਕਿ ਜਿਸ ਸਿੱਖ ਨੇ ਆਪਣੇ ਕੇਸਾਂ ਨੂੰ ਸੰਭਾਲਦੇ ਹੋਏ ਆਪਣਾ ਖੋਪਰਾ ਲਵਾਉਣਾ ਪਸੰਦ ਕੀਤਾ, ਮਗਰ ਆਪਣਾ ਕੌਮ ਦੀ ਆਪਣਾ ਧਰਮ ਨਹੀਂ ਬਦਲਿਆ। ਤਾਂ ਮੈਂ ਸਮਝਦਾ ਕਿ ਐਸੇ ਇਤਿਹਾਸ ਨੂੰ ਅਸੀਂ ਲੋਕਾਂ ਤੱਕ ਪੂਰੀ ਤਰੀਕੇ ਪਹੁੰਚਾ ਵੀ ਨਹੀਂ ਸਕੇ। ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਗੁਰਸਿੱਖ ਇੱਕ ਸਿੱਖ ਦੇ ਬਸੇ ਕੀ ਉਹਦੇ ਕੇਸ ਕੀ ਉਹਦੀ ਪੱਗ ਦਾ ਮਿਆਰ ਹੈ, ਇਹ ਸਾਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਔਰ ਇਹਨੂੰ ਪਹੁੰਚਾਉਣ ਵਾਸਤੇ ਅਸੀਂ ਜਿੰਨਾ ਉਪਰਾਲਾ ਕਰਦੇ ਹਾਂ। ਔਰ ਕਿਉਂਕਿ ਇਹੋ ਜਿਹੀਆਂ ਜਿਸ ਵਕਤ ਗੱਲਾਂ ਆਉਂਦੀਆਂ ਨੇ, ਇਹੋ ਜਿਹੇ ਅਟੈਕ ਕਿਸੇ ਦਿੱਲੀ ਤੋਂ ਬਾਹਰ ਬੈਠੇ ਲੋਕਾਂ ਦੇ ਉੱਤੇ ਆਉਂਦੇ, ਹਮੇਸ਼ਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਆਪਣਾ ਫਰਜ਼ ਸਮਝਦੇ ਹੋਏ ਸਟੈਂਡ ਲਿਆ, ਅਕਾਲੀ ਦਲ ਨੇ ਆਪਣਾ ਸਟੈਂਡ ਲਿਆ ਔਰ ਹਮੇਸ਼ਾ ਭਾਵੇਂ ਕਿਸੇ ਦੇ ਉੱਤੇ ਵੀ ਪ੍ਰੋਬਲਮ ਆਈ ਹੈ, ਹਮੇਸ਼ਾ ਅਸੀਂ ਅੱਗੇ ਵੱਧ ਕੇ ਆਵਾਜ਼ ਚੜ੍ਹ ਕੇ ਅੱਗੇ ਲੱਗੇ ਹਾਂ ਔਰ ਇਸ ਬਾਰੇ ਵੀ ਸਰਦਾਰ ਬਲਵਿੰਦਰ ਸਿੰਘ ਨੂੰ ਇਨਸਾਫ ਦਿਵਾ ਕੇ ਰਵਾਂਗੇ। ਅਗਰ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਕੀ ਸਟੈਂਡ ਰਹੇਗਾ? ਦੇਖੋ, ਇਹ ਗੱਲਾਂ ਨਾ ਮਿਲਣ ਵਾਲੀ ਗੱਲ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੀ ਗੱਲ ਹੋਈ। ਜਦ ਲੋਕਾਂ ਦੇ ਨਾਲ ਜਾਂ ਸਰਕਾਰਾਂ ਨਾਲ ਤੁਸੀਂ ਸੰਪਰਕ ਕਰਕੇ ਉਹਨਾਂ ਨੂੰ ਇਸ ਬਾਰੇ ਅਸਲੀਅਤ ਦੱਸੋ। ਜੇ ਅਗਰ ਇਹੋ ਜਿਹੀ ਕੋਈ ਗੱਲ ਹੋਏਗੀ, ਜੋ ਵੀ ਪਾਰਟੀ ਰੂਪਰੇਖਾ ਬਣਾਏਗੀ, ਜੋ ਸਾਨੂੰ ਐਜੀਟੇਸ਼ਨ ਕਰਨੇ ਪੈਣ, ਇੱਥੇ ਵੈਸਟ ਬੰਗਾਲ ਦੇ ਜਿਹੜੇ ਮੁੱਖ ਮੰਤਰੀ ਉਹਨਾਂ ਦਾ ਘਿਰਾਵ ਕਰਨਾ ਪਵੇ ਦਿੱਲੀ ਦੇ ਵਿੱਚ, ਕੋਵਿਡ ਦਾ ਸਿਸਟਮ ਹੈਗਾ, ਜੋ ਦਿਨ ਚੱਲ ਰਹੇ ਨੇ, ਬੜਾ ਕੁਝ ਸੋਚ ਸਮਝ ਕੇ ਕਰਨਾ ਪੈਂਦਾ, ਮਗਰ ਅਸੀਂ ਆਪਣੀ ਇਹ ਲੜਾਈ ਪੂਰੀ ਅੱਗੇ ਤੱਕ ਲੈ ਕੇ ਜਾਵਾਂਗੇ ਤਾਂ ਕਿ ਉਹਨੂੰ ਇਨਸਾਫ ਮਿਲ ਸਕੇ। ਸੋ ਬਿਲਕੁਲ ਇਹ ਸਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸੈਕਟਰੀ ਹਰਮੀਤ ਸਿੰਘ ਕਾਲਕਾ। ਕੈਮਰਾਮੈਨ ਗੋਬਿੰਦ ਦੇ ਨਾਲ ਜਗਜੀਤ ਸਿੰਘ, PTC ਨਿਊਜ਼, ਦਿੱਲੀ। ਬ੍ਰੇਕ ਤੋਂ ਬਾਅਦ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ MRI ਮਸ਼ੀਨ ਤੇ ਡਾਇਲਿਸਿਸ ਮਸ਼ੀਨ ਲਗਾਈ ਗਈ, ਜਿਸ ਦੀ ਜਲਦੀ ਸ਼ੁਰੂਆਤ ਕਰ ਦਿੱਤੀ ਜਾਏਗੀ ਤੇ ਇਸ ਦੀ ਫੀਸ ਵੀ ਬਹੁਤ ਹੀ ਘੱਟ ਰੱਖੀ ਗਈ ਹੈ। ਇਸ ਦਾ ਜਾਇਜ਼ਾ ਲਿਆ ਸਾਡੇ ਸਹਿਯੋਗੀ ਜਸਮੀਤ ਸਿੰਘ ਨੇ। ਗੁਰਦੁਆਰਾ ਬੰਗਲਾ ਸਾਹਿਬ ਜੋ ਪੋਲੀ ਕਲੀਨਿਕ ਹੈ, ਉੱਥੇ ਇਸ ਵੇਲੇ ਡਾਇਲਿਸਿਸ ਦੀਆਂ ਮਸ਼ੀਨਾਂ ਜਿਹੜੀਆਂ ਨੇ ਪਹੁੰਚ ਚੁੱਕੀਆਂ ਨੇ ਔਰ ਡਾਇਲਿਸਿਸ ਸੈਂਟਰ ਜਿਹੜਾ ਇਸ ਪੋਲੀ ਕਲੀਨਿਕ ਦੇ ਵਿੱਚ ਸ਼ੁਰੂ ਕੀਤਾ ਜਾਏਗਾ, ਜਿੱਥੇ ਦਿੱਲੀ ਦੇ ਵਿੱਚ ਸਭ ਤੋਂ ਸਸਤੀ ਰੇਟ ਦੇ ਉੱਤੇ ਜਿਹੜਾ ਹੈ ਉਹ ਮਰੀਜ਼ ਆ ਕੇ ਡਾਇਲਿਸਿਸ ਕਰਵਾ ਸਕਦੇ ਨੇ। ਜੋ ਰੇਟ ਤੈਅ ਕੀਤਾ ਗਿਆ ਕਿ ਲਗਭਗ 600 ਰੁਪਇਆ ਡਾਇਲਿਸਿਸ ਦੀ ਜਿਹੜੀ ਆ ਕੋਸਟ ਹੋਏਗੀ, ਜਿਹੜੀ ਕਿ ਆਮ ਪ੍ਰਾਈਵੇਟ ਸੈਕਟਰ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੈ। ਹਰਮੀਤ ਜੀ, ਲਗਾਤਾਰ ਪਹਿਲਾਂ ਜਿੱਥੇ ਲੰਗਰਾਂ ਦੀ ਸੇਵਾ ਹੋਈ, ਹੁਣ ਮੈਡੀਕਲ ਦੇ ਖੇਤਰ ਦੇ ਵਿੱਚ ਤਮਾਮ ਕਦਮ ਚੱਕੇ ਜਾ ਰਹੇ ਨੇ, ਕੀ ਕੁਝ ਆਪਰੇਸ਼ਨਲ ਹੋਏਗਾ? ਦੇਖੋ, ਇਸ ਮਹਾਮਾਰੀ ਦੇ ਦੌਰਾਨ ਸਾਨੂੰ ਇਹ ਸਮਝ ਆਈ ਹੈ ਕਿ ਲੋਕ ਜਿੱਥੇ ਭੁੱਖਮਰੀ ਦੇ ਨਾਲ ਪਰੇਸ਼ਾਨ ਨੇ,
ਕੰਮਕਾਜ ਨਾ ਹੋਣ ਕਰਕੇ ਉਸੇ ਤਰੀਕੇ ਦੇ ਨਾਲ ਆਪਣੀਆਂ ਬਿਮਾਰੀਆਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ। ਔਰ ਉਹ ਬਿਮਾਰੀਆਂ ਕਰਕੇ ਜਿੰਨੇ ਮਹਿੰਗਾਈ ਵੱਧ ਰਹੀ ਹੈ, ਜਿੱਥੇ ਦਵਾਈਆਂ ਮਹਿੰਗੀਆਂ ਉੱਥੇ ਟੈਸਟ ਵਗੈਰਾ ਮਹਿੰਗੇ ਹੁੰਦੇ ਆ। ਡਾਇਲਿਸਿਸ ਦਾ ਅੱਜ ਕੱਲ੍ਹ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਪ੍ਰੋਬਲਮਸ ਆ ਰਹੀ ਹੈ। ਸੋ ਡਾਇਲਿਸਿਸ ਦੀ ਜਿੱਥੇ ਮੰਗ ਸੀ ਉੱਥੇ MRI ਦੀ ਵੀ ਗੱਲ ਕੀਤੀ, ਔਰ MRI ਦਾ ਸਾਡਾ ਪ੍ਰੋਜੈਕਟ ਪਹਿਲੇ ਹੀ ਚੱਲ ਰਿਹਾ ਸੀ ਕਿ ਅਸੀਂ ਲਗਾਉਣੀ ਹੈ, ਕਿਉਂਕਿ ਇਹ ਜਗ੍ਹਾ ਅਸੀਂ ਪਹਿਲੇ ਪ੍ਰੋਵਾਈਡ ਕਰ ਦਿੱਤੀ ਸੀ। ਔਰ ਹੁਣ ਜਿਸ ਤਰੀਕੇ ਦੇ ਨਾਲ ਸੰਗਤਾਂ ਦਾ ਸਹਿਯੋਗ ਮਿਲ ਰਿਹਾ, ਇਹ ਜਿੱਥੇ ਡਾਇਲਿਸਿਸ ਦੀ ਮਸ਼ੀਨਾਂ ਅਸੀਂ ਇਸ ਮਹੀਨੇ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ, ਦਸੰਬਰ ਦੇ ਪਹਿਲੇ ਮਹੀਨੇ ਦੇ ਵਿੱਚ MRI ਵੀ ਹੋਏਗੀ ਇੱਥੇ। ਬਹੁਤ ਬਹੁਤ ਧੰਨਵਾਦ ਸਰ। ਸੋ ਮਨਜਿੰਦਰ ਸਿੰਘ ਸਿਰਸਾ ਜੀ ਵੀ ਨਾਲ ਨੇ। ਸਿਰਸਾ ਸਾਹਿਬ, ਪਹਿਲਾਂ ਲੰਗਰਾਂ ਦੀ ਸੇਵਾ, ਫਿਰ ਵਿਦਿਅਕ ਸੇਵਾਵਾਂ ਜਿਹੜੀਆਂ ਦਿੱਤੀਆਂ ਗਈਆਂ, ਹੁਣ ਕਿਉਂਕਿ ਕਰੋਨਾ ਦੇ ਵਿੱਚ ਜਿਹੜਾ ਉਸ ਤੋਂ ਬਾਅਦ ਬਾਲਾ ਪ੍ਰੀਤਮ ਦਵਾਖਾਨਾ ਸ਼ੁਰੂ ਹੋਇਆ, ਲੱਖਾਂ ਦੇ ਲੋਕ ਗਿਣਤੀ 'ਚ ਲੋਕ ਲਾਭ ਲੈ ਰਹੇ ਨੇ, ਹੁਣ ਅਗਲਾ ਕੀ ਕਦਮ ਹੈ? ਦੇਖੋ, ਇਹ ਮਾਨਵਤਾ ਦੀ ਸੇਵਾ ਵਾਸਤੇ ਸਭ ਤੋਂ ਵੱਡਾ ਹੁਣ ਤੱਕ ਦਾ ਦਿੱਲੀ ਕਮੇਟੀ ਦਾ ਕਦਮ ਆ, ਜਿੱਥੇ ਅਸੀਂ ਬਾਲਾ ਪ੍ਰੀਤਮ ਦਵਾਖਾਨਾ ਖੋਲ੍ਹ ਕੇ ਦਿੱਲੀ ਦੇ ਔਰ ਦੇਸ਼ ਦੀ ਸਭ ਤੋਂ ਸਸਤੀ ਦਵਾਈ ਦੇਣੀ ਸ਼ੁਰੂ ਕੀਤੀ। ਅੱਜ ਤੁਸੀਂ ਦੇਖੋ ਕਿ ਹਜ਼ਾਰਾਂ ਲੋਕ ਇਹਦਾ ਲਾਹਾ ਲੈਂਦੇ ਪਏ ਨੇ। ਇਸੇ ਤਰੀਕੇ ਡਾਇਲਿਸਿਸ ਸੈਂਟਰ ਸਾਡਾ 600 ਰੁਪਏ ਦੇ ਅੰਦਰ ਅਸੀਂ ਡਾਇਲਿਸਿਸ ਸੈਂਟਰ ਕਰਦੇ। ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦਾ ਦਰ ਆ। ਇੱਥੋਂ ਲੋਕ ਆਪਣੇ ਦੁੱਖਾਂ ਦਾ ਨਿਜਾਤ ਕਰਕੇ ਜਾਂਦੇ ਨੇ, ਸੁੱਖਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਜਾਂਦੇ ਨੇ। ਇੱਥੇ ਇਲਾਜ ਵੀ ਜਿਹੜਾ ਹੋਵੇ ਸਭ ਤੋਂ ਸਸਤਾ ਹੋਣਾ ਚਾਹੀਦਾ ਹੈ। ਇਸ ਕਰਕੇ ਬੰਗਲਾ ਸਾਹਿਬ ਦੇ ਅੰਦਰ ਇਹ ਡਾਇਲਿਸਿਸ ਸੈਂਟਰ 600 ਰੁਪਏ ਚੱਲੂ, ਜੋ ਕਿ ਦਿੱਲੀ ਦਾ ਕਿ ਦੇਸ਼ ਦਾ ਸਭ ਤੋਂ ਸਸਤਾ ਹੋਊਗਾ। ਦੂਜਾ, MRI, ਐਕਸ-ਰੇ ਔਰ ਅਲਟਰਾਸਾਊਂਡ, ਇਹ ਸਾਰੀਆਂ ਸਰਵਿਸਿਜ਼ ਇੱਥੇ ਪ੍ਰੋਵਾਈਡ ਕੀਤੀਆਂ ਜਾਣਗੀਆਂ। ਡਾਇਲਿਸਿਸ MRI ਜਿਹੜੀ ਆ ਦਿੱਲੀ ਦੀ ਸਭ ਤੋਂ ਸਸਤੀ ਹੋਊਗੀ, ਕੇਵਲ 50 ਰੁਪਏ 'ਚ। ਸੁਣ 'ਚ ਬੜਾ ਅਜੀਬ ਲੱਗਦਾ, ਕੇਵਲ 50 ਰੁਪਏ ਅੰਦਰ ਇਹਦੀ ਕੈਟਾਗਰੀ ਤੈਅ ਕੀਤੀ ਗਈ ਆ। ਜਿਹੜਾ ਵਾਕਈ ਜ਼ਰੂਰਤਮੰਦ ਬੰਦਾ ਹੈ ਉਹਨੂੰ 50 ਰੁਪਏ 'ਚ ਇੱਥੇ ਕੀਤਾ ਜਾਏਗਾ। ਔਰ ਜਿਹੜਾ ਬਾਕੀ ਜਿਹੜੀ ਆ ਉਹ ਸਾਡੇ ਇਲਾਕੇ ਦੇ ਮੈਂਬਰਾਂ ਤੋਂ ਰਿਕਮੈਂਡੇਸ਼ਨ ਹੋ ਕੇ ਆਊਗੀ, ਉਹਨਾਂ ਨੂੰ 700 750 ਰੁਪਏ ਜੋ ਵੀ ਇਹਦੀ ਕਾਸਟਿੰਗ ਹੋਊਗੀ ਉਹਨੇ 'ਚ ਕਰਕੇ ਦਿੱਤੀ ਜਾਊਗੀ। ਸੋ ਕਨੌਟ ਪਲੇਸ ਦੇ ਏਰੀਆ 'ਚ ਤੁਸੀਂ ਦੇਖੋਗੇ 6-6 ਹਜ਼ਾਰ ਰੁਪਏ 'ਚ ਇਹ ਟੈਸਟ ਹੁੰਦੇ ਨੇ, ਔਰ ਲੋਕ ਬਹੁਤ ਮਜਬੂਰ ਨੇ, ਨਾ ਪੈਸਾ ਹੁੰਦਾ ਹੈ, ਔਰ ਕਈ ਤਾਂ 2-2 ਸਾਲ ਦੇ ਇੰਤਜ਼ਾਰ 'ਚ ਬੈਠੇ ਨੇ ਏਮਸ ਅੰਦਰ, ਸਫਦਰਜੰਗ ਅੰਦਰ ਕਿ ਸਾਡੀ ਵਾਰੀ ਆਊਗੀ। ਉਹ ਤੁਸੀਂ ਦੇਖੋ ਅੱਜ ਅਗਰ ਲੋਕ ਆਪਣਾ ਟੈਸਟ ਕਰਾਉਣ ਦਾ ਇੰਤਜ਼ਾਰ ਕਰਦੇ ਪਏ ਨੇ, ਵਿਚਾਰੇ ਟੈਸਟ ਕਰਾਉਣ ਤੋਂ ਹੀ ਪੂਰੇ ਹੋ ਜਾਂਦੇ ਨੇ। ਐਸੇ ਹਾਲਾਤ ਨੇ ਇਸ ਦੇਸ਼ ਦੇ ਅੰਦਰ। ਸੋ ਇਹ ਸ਼ੁਰੂਆਤ ਆ ਇੱਥੋਂ। ਇੱਥੇ ਇਸੇ ਤਰੀਕੇ ਆਉਣ ਵਾਲੇ ਦਿਨਾਂ ਦੇ ਅੰਦਰ ਇਸੇ ਸਰਵਿਸਿਜ਼ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ। ਔਰ MRI ਦੀ ਜਿਹੜੀ ਮਸ਼ੀਨ ਆ, ਜਿਹੜੇ ਪਰਿਵਾਰ ਨੇ ਦਿੱਤੀ ਔਰ ਜਿਹਨੇ ਸਾਨੂੰ ਡਾਇਲਿਸਿਸ ਦੀ ਮਸ਼ੀਨਾਂ ਦਿੱਤੀਆਂ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇੱਥੇ ਵੇਟਿੰਗ ਵੀ ਇੱਥੇ ਪੂਰਾ ਸਿਸਟਮੈਟਿਕ ਤਰੀਕੇ ਨਾਲ ਕੰਮ ਕੀਤਾ ਜਾਏਗਾ, ਔਰ ਗੁਰੂ ਸਾਹਿਬ ਕਿਰਪਾ ਕਰਨ ਇੱਥੇ 24 ਘੰਟੇ MRI ਹੋਏਗੀ, ਔਰ ਉਹਦੇ ਵਿੱਚ ਬਹੁਤ ਸਿਸਟਮੈਟਿਕ ਤਰੀਕੇ ਨਾਲ ਕੰਮ ਕੀਤਾ ਜਾਏਗਾ, ਤਾਂ ਕਿ ਸਾਡੀ ਕੋਸ਼ਿਸ਼ ਹੋਏਗੀ ਕਿ ਵੇਟਿੰਗ ਕਿਸੇ ਵੀ ਸੰਗਤ ਨੂੰ ਨਾ ਕਰਨੀ ਪਵੇ। ਔਰ ਜਿਸ ਤਰ੍ਹਾਂ ਇਲਾਕੇ ਦੇ ਮੈਂਬਰਸ ਰਿਕਮੈਂਡ ਕਰਨਗੇ, ਕੋਈ ਵੀ ਬੰਦਾ ਸੰਪਰਕ ਕਰ ਸਕਦਾ ਹੈ ਜਾਂ ਸਿੱਖਾਂ ਦੇ ਵਾਸਤੇ ਜਾਂ ਕਿਸੇ ਪਾਰਟਿਕੂਲਰ ਬੰਦੇ ਵਾਸਤੇ ਆ? ਨਹੀਂ, ਇਹ ਦੇਖੋ, ਇਹ ਗੁਰੂ ਸਾਹਿਬ ਦਾ ਦਰ ਹੈਗਾ, ਇਹ ਧੰਨ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਦਾ ਦਰ ਹੈ। ਇੱਥੇ ਕੋਈ ਵੀ ਜਾਤ ਪਾਤ ਦਾ ਬੰਦਾ, ਕਿਸੇ ਵੀ ਧਰਮ ਦਾ ਬੰਦਾ ਆ ਕੇ ਇੱਥੇ MRI ਕਰਾ ਸਕਦਾ, ਡਾਇਲਿਸਿਸ ਕਰਾ ਸਕਦਾ ਹੈ, ਔਰ ਜੋ ਵੀ ਇੱਥੇ ਪੋਲੀਕਲੀਨਿਕ 'ਚ ਹੋਰ ਸੇਵਾਵਾਂ ਹੈਗੀਆਂ ਨੇ ਉਹ ਅਵੇਲ ਕਰ ਸਕਦਾ ਹੈ। MRI ਦੀ ਮਸ਼ੀਨ ਜਿਹੜੀ ਕਿ ਜਿਸ ਨੂੰ ਕਿ ਲਗਭਗ ਹੁਣ ਤੋਂ 2 ਮਹੀਨੇ ਲੱਗਣਗੇ, 2 ਮਹੀਨੇ ਬਾਅਦ ਜਿਹੜੀ ਆ ਜਰਮਨ ਤੋਂ ਤਿਆਰ ਹੋ ਕੇ ਆ ਰਹੀ ਹੈ, ਹੁਣ ਤੱਕ ਦੀ ਸਭ ਤੋਂ ਲੇਟੈਸਟ ਮਸ਼ੀਨ ਹੈ। ਔਰ ਦਸੰਬਰ ਤੱਕ ਇਹ ਪੋਲੀਕਲੀਨਿਕ ਦੇ ਵਿੱਚ MRI ਸਮੇਤ, ਡਾਇਲਿਸਿਸ ਸਮੇਤ ਤਮਾਮ ਜਿਹੜੀਆਂ ਸੁਵਿਧਾਵਾਂ ਨੇ ਉਹ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਕੈਮਰਾ ਪਰਸਨ ਗੋਬਿੰਦ ਸ਼ਰਮਾ ਦੇ ਨਾਲ ਜਸਮੀਤ ਸਿੰਘ, PTC ਨਿਊਜ਼, ਦਿੱਲੀ। ਸੋ ਤੁਸੀਂ ਵੇਖਿਆ ਇਹ ਫੁੱਲੀ ਅਪਡੇਟਡ ਮਸ਼ੀਨ, ਤੇ ਇਸ ਦੀ ਸ਼ੁਰੂਆਤ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਜਲਦੀ ਕਰ ਦਿੱਤੀ ਜਾਵੇਗੀ। ਗੂੰਜਾ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਭਾਈ ਤਾਰੂ ਸਿੰਘ ਜੀ ਦੇ 300 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਿਸ਼ੇਸ਼ ਕੀਰਤਨ ਸਮਾਗਮ ਕਰਵਾਏ ਗਏ, ਜਿਸ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਕਈ ਮੈਂਬਰਾਂ ਵੱਲੋਂ ਵੀ ਸ਼ਿਰਕਤ ਕੀਤੀ ਗਈ। ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਜਿੱਥੇ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਦੇ ਉੱਤੇ ਚਾਨਣਾ ਪਾਇਆ, ਉੱਥੇ ਹੀ ਉਹਨਾਂ ਨੇ ਕਿਹਾ ਕਿ ਸਾਨੂੰ ਲੋੜ ਹੈ ਕਿ ਨਵੀਂ ਪਨੀਰੀ ਨੂੰ ਇਸ ਇਤਿਹਾਸ ਦੇ ਨਾਲ ਜੋੜਿਆ ਜਾਵੇ। ਜੋ ਜਾਣੇ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਜੋ ਜਾਣੇ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਜੋ ਜਾਣੇ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਜੋ ਜਾਣੇ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ
प्रभ सोए। ओए धनवंत कुलवंत पतवंत जीवन मुक्त जिस हृदय भगवंत। ओए धनवंत कुलवंत पतवंत जीवन मुक्त जिस हृदय भगवंत। जीवन मुक्त जिस हृदय भगवंत। जीवन मुक्त जिस हृदय भगवंत। जो जाने तिस सदा सुख होए। आप मिलाए लए प्रभ सोए। जो जाने तिस सदा सुख होए। आप मिलाए लए प्रभ सोए। तन 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 गन आया जिस प्रसाद सब जगत तराया। ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਨੇ ਇੱਕ ਐਸੀ ਲਾਸਾਨੀ ਸ਼ਹਾਦਤ ਦਿੱਤੀ, ਆਪਣੇ ਕੇਸਾਂ ਦੀ ਬੇਅਦਬੀ ਨਹੀਂ ਹੋਣ ਦਿੱਤੀ, ਆਪਣੀ ਖੋਪੜੀ ਉਤਰਵਾ ਲਈ। ਇੱਕ ਐਸੀ ਸ਼ਹਾਦਤ ਜਿਸ ਨੂੰ ਦੇਖਣ ਤੋਂ ਬਾਅਦ ਦੁਨੀਆ ਦੀ ਰੂਹ ਕੰਬ ਉੱਠੀ ਔਰ ਆਪਣੇ ਪਰਮ ਪਿਤਾ ਪਰਮੇਸ਼ਵਰ ਦੇ ਅੰਦਰ ਸੱਚਾ ਵਿਸ਼ਵਾਸ ਅਕੀਦਾ ਕੀ ਹੁੰਦਾ ਏ, ਇਹ ਭਾਈ ਤਾਰੂ ਜੀ ਨੇ ਸਾਬਤ ਕੀਤਾ। ਭਾਈ ਤਾਰੂ ਸਿੰਘ ਜੀ ਦੇ ਇਸ ਮਹਾਨ ਸ਼ਹਾਦਤ ਨੂੰ ਦੇਖ ਕੇ ਰਵਿੰਦਰਨਾਥ ਟੈਗੋਰ ਨੇ ਵੀ ਉਹਨਾਂ ਦੇ ਵਾਸਤੇ ਬੰਦ ਲਿਖੇ। ਰਵਿੰਦਰਨਾਥ ਟੈਗੋਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਔਰ ਬੰਗਾਲੀ ਦੇ ਅੰਦਰ ਉਹਨਾਂ ਦੋਵਾਂ ਦੇ ਵਾਸਤੇ ਉਹ ਬੰਦ ਲਿਖ ਕੇ ਉਹਨਾਂ ਨੇ ਉਹਨਾਂ ਨੂੰ ਨਮਨ ਕੀਤਾ। ਸੋ ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਦੇਸ਼ ਔਰ ਦੁਨੀਆ ਭਰ ਦੇ ਸਿੱਖ ਉਹਨਾਂ ਦੀ ਇਸ ਮਹਾਨ ਸ਼ਹਾਦਤ ਦੇ ਅੱਗੇ ਆਪਣਾ ਸੀਸ ਨਿਵਾਉਂਦੇ ਨੇ। ਔਰ ਜਦੋਂ ਉਹਨਾਂ ਦੇ ਦਿਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਔਰ ਦੇਸ਼ ਔਰ ਦੁਨੀਆ ਦੇ ਲੋਕ ਬਹੁਤ ਵੱਡੇ ਪੱਧਰ ਤੇ ਮਨਾਉਂਦੇ ਨੇ ਤੇ ਸਾਡੀ ਆਉਣ ਵਾਲੀ ਪਨੀਰੀ ਨੂੰ ਇਹ ਸੰਦੇਸ਼ ਦਿੰਦੇ ਨੇ ਕਿ ਸਿੱਖ ਦੀ ਭਾਵਨਾ ਕੀ ਆ ਔਰ ਸਿੱਖ ਦਾ ਕਿਰਦਾਰ ਕੀ ਆ, ਸਿੱਖ ਆਪਣੀ ਸਿੱਖੀ ਨੂੰ ਬਚਾਉਣ ਵਾਸਤੇ ਕਿਸ ਕਦਰ ਜਾ ਸਕਦਾ ਹੈ। ਇਹ ਅੱਜ ਸਾਡੇ ਸਾਰਿਆਂ ਵਾਸਤੇ ਪ੍ਰੇਰਨਾ ਦੀ ਗੱਲ ਆ। ਸੋ ਅਸੀਂ ਨਮਨ ਹਾਂ ਭਾਈ ਤਾਰੂ ਸਿੰਘ ਜੀ ਦੇ ਅੱਗੇ, ਉਹਨਾਂ ਦੀ ਮਹਾਨ ਸ਼ਹਾਦਤ ਦੇ ਅੱਗੇ, ਔਰ ਅਸੀਂ ਔਰ ਦੇਸ਼ ਔਰ ਦੁਨੀਆ ਨੂੰ ਇਸ ਗੱਲ ਨੂੰ ਹਮੇਸ਼ਾ ਯਾਦ ਕਰਾਉਂਦੇ ਰਵਾਂਗੇ ਕਿ ਕਿਸ ਤਰੀਕੇ ਇਸ ਦੇਸ਼ ਦੇ ਅੰਦਰ ਜਦੋਂ ਵੀ ਜ਼ੁਲਮ ਦੀ ਗੱਲ ਹੋਈ ਤੇ ਉਹਨੂੰ ਟਾਕਰਾ ਦੇਣ ਵਾਸਤੇ ਸਿੱਖ ਅੱਗੇ ਵਧੇ। ਨਾ ਉਹਨਾਂ ਨੇ ਆਪਣੇ ਧਰਮ ਦੀ ਕਦੀ ਪਰਵਾਹ ਕੀਤੀ, ਨਾ ਆਪਣੀ ਜਾਨ ਦੀ ਕਦੀ ਪਰਵਾਹ ਕੀਤੀ। ਉਹਨਾਂ ਨੇ ਇੱਕੋ ਗੱਲ ਦੀ ਪਰਵਾਹ ਕੀਤੀ ਆ, ਮਾਨਵਤਾ ਦੀ। ਸ਼ਹੀਦ ਭਾਈ ਤਾਰੂ ਸਿੰਘ ਜੀ ਦੇ 300 ਸਾਲਾ ਜਨਮ ਸ਼ਤਾਬਦੀ ਦੀ ਸਮੂਹ ਸੰਗਤਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ। ਉਹ ਸ਼ਹੀਦ ਜਿਨ੍ਹਾਂ ਨੇ ਆਪਣੇ ਖੋਪਰੇ ਲਵਾ ਕੇ ਆਪਣੀ ਸਿੱਖੀ ਸੇਵਕੀ ਨੂੰ ਸਾਂਭ ਕੇ ਰੱਖਿਆ ਔਰ ਇਹ ਮਿਸਾਲ ਦੁਨੀਆ ਦੇ ਵਿੱਚ ਦਿੱਤੀ ਕਿ ਗੁਰੂ ਮਹਾਰਾਜ ਦਾ ਸਿਮਰਨ ਕਰਦੇ ਹੋਏ, ਪਾਠ ਕਰਦੇ ਹੋਏ, ਗੁਰੂ ਨੂੰ ਧਿਆਨਦੇ ਹੋਏ ਹਰ ਮੁਸ਼ਕਿਲ, ਹਰ ਔਕੜਾਂ ਨੂੰ ਅਸੀਂ ਝੇਲ ਸਕਦੇ ਹਾਂ। ਔਰ ਇਸੇ ਸਮੇਂ ਦੇ ਵਿੱਚ ਜਿਸ ਵਕਤ ਸਿੱਖਾਂ ਦੇ ਉੱਤੇ ਬਹੁਤ ਵੱਡੇ ਤਸ਼ੱਦਦ ਕੀਤੇ ਜਾ ਰਹੇ ਸੀ, ਉਸ ਵਕਤ 25 ਸਾਲ ਦੀ ਉਮਰ ਦੇ ਵਿੱਚ ਆਪਣੇ ਖੋਪਰੇ ਲਵਾ ਕੇ ਦੁਨੀਆ ਦੇ ਵਿੱਚ ਇੱਕ ਮਿਸਾਲ ਕਾਇਮ ਕੀਤੀ। ਮੈਂ ਉਸ ਅਮਰ ਸ਼ਹੀਦ ਨੂੰ ਲੱਖ ਲੱਖ ਉਹਨਾਂ ਦੇ ਚਰਨਾਂ 'ਚ ਜਿੱਥੇ ਪ੍ਰਣਾਮ ਕਰਦਾ, ਸੰਗਤਾਂ ਨੂੰ ਉਹਨਾਂ ਦੇ 300 ਸਾਲਾ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ। ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਬਸ ਹੈ ਨਹੀਂ।
ਜੇਕਰ ਤੁਸੀਂ ਸਾਨੂੰ ਜਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਇਸ ਪ੍ਰੋਗਰਾਮ ਦੇ ਸੰਬੰਧੀ ਕੋਈ ਸੁਝਾਅ ਜਾਂ ਰਾਏ ਦੇਣਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰ ਲਓ। ਸਾਡਾ ਈਮੇਲ ਪਤਾ ਹੈ feedback@ptcnetwork.com। ਫਿਲਹਾਲ ਦਿਓ ਇਜਾਜ਼ਤ, ਅਗਲੇ ਹਫਤੇ ਖਾਸ ਪੇਸ਼ਕਸ਼ ਲੈ ਕੇ ਮੁੜ ਤੋਂ ਹੋਵਾਂਗੇ ਹਾਜ਼ਰ। ਧੰਨਵਾਦ।